हाँ जी प्यारे विद्यार्थियों, मैं अगला जिहड़ा टॉपिक कर रहा वो है ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਸੈਂਟਰ ਅਤੇ ਸਟੇਟਸ ਦੇ ਆਪਸ ਦੇ ਵਿੱਚ ਵਿੱਤੀ ਸੰਬੰਧ ਕਿਸ ਤਰ੍ਹਾਂ ਦੇ ਹਨ। ਵਾਟ ਆਰ ਦੀ ਫਾਈਨੈਂਸ਼ੀਅਲ ਰਿਲੇਸ਼ਨਸ ਬਿਟਵੀਨ ਸੈਂਟਰ ਐਂਡ ਸਟੇਟਸ। ਕੇਂਦਰ ਤੇ ਵੱਖ-ਵੱਖ ਜਿਹੜੇ ਸਾਡੇ ਰਾਜ ਹਨ ਉਹਨਾਂ ਦੇ ਆਪਸ ਦੇ ਵਿੱਚ ਪੈਸੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਸੰਬੰਧ ਪਾਏ ਜਾਂਦੇ ਹਨ। ਸਾਡੇ ਭਾਰਤ ਦੇ ਸੰਵਿਧਾਨ ਦੇ 12ਵੇਂ ਭਾਗ ਵਿੱਚ ਸ਼ਾਮਲ ਕੀਤੇ ਗਏ ਆਰਟੀਕਲ 264 ਤੋਂ ਲੈ ਕੇ 291 ਤੱਕ ਕੇਂਦਰ ਤੇ ਰਾਜਾਂ ਦੇ ਵਿਚਕਾਰ ਵਿੱਤੀ ਮਾਮਲਿਆਂ ਦੀ ਵੰਡ ਕੀਤੀ ਗਈ ਹੈ ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਵਿਸ਼ੇ ਕੇਂਦਰ ਕੋਲ ਹੋਣਗੇ ਟੈਕਸ ਲਗਾਉਣ ਦੇ ਔਰ ਕਿਹੜੇ ਰਾਜਾਂ ਦੇ ਕੋਲ ਹੋਣਗੇ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ GST। ਇਹ ਅੱਜ ਕੱਲ੍ਹ ਬਹੁਤ ਹੀ ਕਾਫੀ ਜ਼ਿਆਦਾ ਨਾਮ ਚੱਲਦਾ ਹੈ ਇਹਦਾ GST ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹ ਜਿਹੜਾ ਹੈ 8 ਅਗਸਤ 2016 ਨੂੰ 101ਵਾਂ ਸੰਵਿਧਾਨਿਕ ਸੋਧ ਬਿੱਲ ਜਿਹੜੀ ਪੇਸ਼ ਕੀਤੀ ਗਈ ਸੀ ਔਰ ਇਸ ਨੂੰ ਪਾਸ ਕਰਨ ਤੋਂ ਬਾਅਦ 101ਵੇਂ ਸੰਵਿਧਾਨਿਕ ਸੋਧ ਨੂੰ ਪਾਸ ਕਰਨ ਤੋਂ ਬਾਅਦ 8 ਸਤੰਬਰ 2016 ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਤੇ ਮੋਹਰ ਲਗਾ ਕੇ ਇਸ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਜਿਹੜਾ GST ਹੈ ਇਹ 30 ਜੂਨ 2017 ਅਤੇ 1 ਜੁਲਾਈ 2017 ਦੀ ਵਿਚਕਾਰਲੀ ਰਾਤ ਦੇ ਠੀਕ 12 ਵਜੇ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੁਆਰਾ ਘੰਟੀ ਵਜਾ ਕੇ ਇਸ ਨੂੰ ਸਾਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ। ਔਰ ਇਸ ਦੇ ਵਿੱਚ ਜੋ ਕੁਝ ਲਿਖਿਆ ਗਿਆ ਹੈ 121ਵੇਂ ਸੰਵਿਧਾਨਿਕ ਸੋਧ ਵਿੱਚ ਉਹ ਇਸ ਤਰ੍ਹਾਂ ਹੈ। ਨੰਬਰ 1 ਇਕਸਾਰ ਟੈਕਸ। GST ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੇ ਵਿੱਚ ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਸੂਬੇ ਹਨ, ਪ੍ਰਾਂਤ ਹਨ, ਇਹਨਾਂ ਨੇ ਇਸ ਕਾਨੂੰਨ ਦੇ ਦੁਆਰਾ ਇਕਸਾਰ ਟੈਕਸ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਹੈ। ਦੂਜੀ ਇਸ ਦੀ ਇੱਕ ਖਾਸੀਅਤ ਇਹ ਹੈ GST ਦੀ ਕਿ ਰਾਜ ਵਿੱਚੋਂ ਇਕੱਠੇ ਕੀਤੇ ਗਏ ਟੈਕਸ ਦਾ 50% ਹਿੱਸਾ ਰਾਜਾਂ ਨੂੰ ਵਾਪਸ ਦਿੱਤਾ ਜਾਵੇਗਾ। ਇਹ ਇਸ GST ਟੈਕਸ ਦੀ ਇੱਕ ਖਾਸ ਵਿਸ਼ੇਸ਼ਤਾ ਹੈ। ਇਸ ਤੋਂ ਬਾਅਦ ਨੈਕਸਟ ਪੁਆਇੰਟ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ ਕਾਉਂਸਿਲ। ਇਹਨੂੰ ਅਸੀਂ ਕਹਿੰਦੇ ਹਾਂ ਵਸਤੂ ਅਤੇ ਸੇਵਾ ਕਰ ਪ੍ਰੀਸ਼ਦ। ਹਾਂਜੀ, ਭਾਰਤ ਦੇ ਵਿੱਚ ਇੱਕ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਹੈ ਜਿਸ ਨੂੰ ਗੁੱਡਸ ਐਂਡ ਸਰਵਿਸਿਜ਼ ਟੈਕਸ ਕਾਉਂਸਿਲ ਕਿਹਾ ਜਾਂਦਾ ਹੈ। ਇਸ ਦੇ ਵਿੱਚ ਜਿਹੜੀ ਇਹ ਵਿਵਸਥਾ ਸੰਵਿਧਾਨ ਦੀ ਧਾਰਾ 279A ਦੇ ਅਧੀਨ ਕੀਤੀ ਗਈ ਹੈ ਅਤੇ ਇਸ ਦੇ ਜਿਹੜੇ ਮੁੱਖ ਜਿਹੜੇ ਮੈਂਬਰ ਹਨ ਇਸ ਵਿੱਚ ਜਿਹੜੇ ਸ਼ਾਮਲ ਹਨ ਇਸ ਦੇ ਵਿੱਚ ਕੇਂਦਰੀ ਵਿੱਤ ਮੰਤਰੀ, ਕੇਂਦਰੀ ਰਾਜ ਮੰਤਰੀ ਮੰਡਲ, ਰਾਜਾਂ ਦੇ ਵਿੱਤ ਮੰਤਰੀ ਅਤੇ ਰਾਜ ਸਰਕਾਰਾਂ ਦੁਆਰਾ ਨਾਮਜ਼ਦ ਕੀਤੇ ਗਏ ਕੋਈ ਹੋਰ ਮੰਤਰੀ ਇਸ ਵਿੱਚ ਸ਼ਾਮਲ ਕੀਤੇ ਗਏ। ਇਸ ਤੋਂ ਬਾਅਦ ਇਸ ਦੇ ਜੋ ਸਭਾਪਤੀ ਹਨ GST ਕਾਉਂਸਲ ਦੇ, ਇਸ ਤੋਂ ਇਲਾਵਾ ਇੱਕ ਉਪ ਸਭਾਪਤੀ ਹੋਣਗੇ। ਇਹ ਜਿਹੜੇ ਉਪ ਸਭਾਪਤੀ ਹੋਣਗੇ ਇਹ ਵੱਖ-ਵੱਖ ਰਾਜਾਂ ਦੇ ਵਿੱਤ ਮੰਤਰੀਆਂ ਦੁਆਰਾ ਆਪਣੇ ਵਿੱਚੋਂ ਹੀ ਚੁਣੇ ਜਾਣਗੇ ਅਤੇ ਇਹਨਾਂ ਦਾ ਕਾਰਜਕਾਲ ਵੀ ਨਿਸ਼ਚਿਤ ਕੀਤਾ ਜਾਵੇਗਾ। ਕਾਰਜ ਵਿਧੀ GST ਕਾਉਂਸਲ ਜਿਹੜੀ ਹੈ ਵਿੱਤੀ ਪਰਿਸ਼ਦ ਇਹ ਕਈ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ ਔਰ ਜਿਹੜੇ ਫੈਸਲੇ ਕਰਦੇ ਹਨ ਇਹਨਾਂ ਦੇ ਵਿੱਚ ਲਿਖਿਆ ਗਿਆ ਹੈ ਕਿ 3/4 ਬਹੁਮਤ ਨਾਲ ਫੈਸਲੇ ਕੀਤੇ ਜਾਣਗੇ। ਕੋਰਮ ਗਣਪੂਰਤੀ ਇਸ ਦੀ ਮੀਟਿੰਗ ਉਸ ਵੇਲੇ ਹੀ ਹੋਏਗੀ ਜਦੋਂ ਘੱਟੋ ਘੱਟ ਅੱਧੇ ਮੈਂਬਰ ਹਾਜ਼ਰ ਹੋਣਗੇ। ਵਿਵਾਦਾਂ ਦਾ ਨਿਪਟਾਰਾ ਜਿਹੜਾ ਹੁੰਦਾ ਹੈ ਇਹ ਭਾਰਤ ਸਰਕਾਰ ਅਤੇ ਇੱਕ ਜਾਂ ਇੱਕ ਤੋਂ ਵੱਧ ਰਾਜਾਂ ਵਿਚਕਾਰ ਹੋਣ ਵਾਲੇ ਵਿਵਾਦ ਜੇਕਰ ਕੋਈ ਹੋ ਜਾਂਦਾ ਹੈ ਤਾਂ ਇਸ ਦਾ ਨਿਪਟਾਰਾ ਜੋ ਹੈ GST ਕਾਉਂਸਲ ਦੀਆਂ ਸਿਫਾਰਸ਼ਾਂ ਸੰਬੰਧੀ ਪੈਦਾ ਹੋਣ ਵਾਲੇ ਵਿਵਾਦਾਂ ਦੇ ਨਿਪਟਾਰੇ ਦੀ ਵਿਧੀ ਵਸਤੂ ਅਤੇ GST ਕਾਉਂਸਲ ਦੁਆਰਾ ਆਪ ਨਿਸ਼ਚਿਤ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਕਿਸੇ ਚੀਜ਼ ਦਾ ਨਿਪਟਾਰਾ ਕਰਨਾ ਹੈ। ਵਸਤੂ ਅਤੇ ਸੇਵਾ ਕਰ ਪਰਿਸ਼ਦ ਦੀ ਜਿਹੜੀ ਹੈ ਸਿਫਾਰਸ਼ਾਂ ਕੀ ਹਨ, ਇਹਨਾਂ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਉਸ ਸਮੇਂ ਸਲੈਬ ਬਣਾਏ ਸਨ ਟੈਕਸਾਂ ਦੇ 28%, 18%, 12%, 5% ਤੇ 0%। ਇਸ ਤੋਂ ਇਲਾਵਾ ਇਸ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਜਾਂ ਨੂੰ ਜਿਹੜੇ ਹੈ ਮੁਆਵਜ਼ਾ ਦਿੱਤਾ ਜਾਏਗਾ। ਇਸ ਦੇ ਵਿੱਚ ਵਿਵਸਥਾ ਇਹ ਹੈ ਕਿ ਜੇਕਰ ਰਾਜਾਂ ਨੂੰ ਕੋਈ ਘਾਟਾ ਪੈਂਦਾ ਹੈ ਤਾਂ GST ਲਾਗੂ ਹੋਣ ਤੋਂ ਬਾਅਦ
ਅਗਲੇ 5 ਸਾਲ ਤੱਕ ਰਾਜਾਂ ਨੂੰ ਜਿਹੜਾ ਹੈ ਉਹਨਾਂ ਨੂੰ ਪੈਣ ਵਾਲਾ ਘਾਟੇ ਦੀ ਭਰਪਾਈ ਕੀਤੀ ਜਾਵੇਗੀ। ਨੈਕਸਟ ਪੁਆਇੰਟ ਹੈ ਜੀ ਵਿੱਤ ਆਯੋਗ ਦੀ ਸਥਾਪਨਾ। ਸੰਵਿਧਾਨ ਦੀ ਧਾਰਾ 280 ਦੇ ਅਨੁਸਾਰ ਹਰ 5 ਸਾਲ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਦੁਆਰਾ ਵਿੱਤ ਆਯੋਗ ਵਿੱਤ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ ਹੈ। ਇਹ ਜਿਹੜਾ ਵਿੱਤ ਕਮਿਸ਼ਨ ਹੁੰਦਾ ਕੇਂਦਰ ਤੇ ਰਾਜਾਂ ਵਿਚਕਾਰ ਜਿਹੜੇ ਮਾਲੀ ਸਾਧਨ ਹੁੰਦੇ ਹਨ ਉਹਨਾਂ ਦੀ ਵੰਡ ਕਰਦਾ ਹੈ। ਕੇਂਦਰ ਦੁਆਰਾ ਰਾਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਦੇ ਸੰਬੰਧ ਵਿੱਚ ਕੇਂਦਰ ਸਰਕਾਰ ਨੂੰ ਸਮੇਂ-ਸਮੇਂ ਤੇ ਸਲਾਹ ਦਿੰਦੇ ਹਨ ਅਤੇ ਰਾਸ਼ਟਰਪਤੀ ਦੁਆਰਾ ਕੋਈ ਵੀ ਮਾਮਲਾ ਆਯੋਗ ਨੂੰ ਸਲਾਹ ਮਸ਼ਵਰੇ ਲਈ ਸੌਂਪਿਆ ਜਾ ਸਕਦਾ ਹੈ। ਇਸ ਵੇਲੇ ਇਸ ਦੇ ਜਿਹੜੇ ਫਾਈਨਾਂਸ ਕਮਿਸ਼ਨ ਦੇ ਜਿਹੜੇ ਹੈੱਡ ਹਨ ਉਹ ਹਨ NK ਸਿੰਘ। ਕਰਜ਼ੇ ਲੈਣ ਦੀ ਵਿਵਸਥਾ ਵੀ ਕੇਂਦਰ ਦੁਆਰਾ ਰਾਜਾਂ ਨੂੰ ਦਿੱਤੀ ਜਾਂਦੀ ਹੈ। ਵਿੱਤੀ ਸੰਕਟ ਕਾਲ ਇਹ ਉਦੋਂ ਹੁੰਦਾ ਹੈ ਜਦੋਂ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਪੈਦਾ ਹੋ ਜਾਂਦਾ ਹੈ। ਇਸ ਸਮੇਂ ਰਾਸ਼ਟਰਪਤੀ ਜੋ ਹੈ ਵਿੱਤੀ ਸੰਕਟ ਕਾਲ ਦੀ ਘੋਸ਼ਣਾ ਕਰ ਸਕਦਾ ਹੈ ਔਰ ਇਸ ਸਮੇਂ ਕੇਂਦਰ ਸਰਕਾਰ ਦੇ ਕੋਲ ਸਾਰੀਆਂ ਸ਼ਕਤੀਆਂ ਆ ਜਾਂਦੀਆਂ ਹਨ। ਰਾਸ਼ਟਰੀ ਸੰਕਟ ਕਾਲ ਦੇ ਦੌਰਾਨ ਵਿੱਤੀ ਸੋਮਿਆਂ ਦੀ ਦੁਬਾਰਾ ਵੰਡ ਕਰਨ ਲਈ ਸਾਡੇ ਸੰਵਿਧਾਨ ਦੇ 352 ਜੇਕਰ ਭਾਰਤ ਵਿੱਚ 352 ਅਧੀਨ ਲਾਗੂ ਕੀਤੇ ਗਏ ਰਾਸ਼ਟਰੀ ਸੰਕਟ ਕਾਲ ਦੌਰਾਨ ਕੇਂਦਰ ਤੇ ਰਾਜਾਂ ਵਿਚਕਾਰ ਵਿੱਤੀ ਸਾਧਨਾਂ ਦੀ ਵੰਡ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਨੂੰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਹੈ ਨਿਯੰਤਰਕ ਅਤੇ ਮਹਾਲੇਖਾ ਪ੍ਰੀਖਿਅਕ ਦੀ ਵਿਵਸਥਾ। ਇਸ ਨੂੰ ਅਸੀਂ ਕੰਟਰੋਲਰ ਐਂਡ ਆਡੀਟਰ ਜਨਰਲ ਕਹਿੰਦੇ ਹਾਂ। ਕੇਂਦਰ ਅਤੇ ਰਾਜਾਂ ਦੁਆਰਾ ਜੋ ਵੀ ਖਰਚੇ ਕੀਤੇ ਜਾਂਦੇ ਹਨ ਉਹਨਾਂ ਦੀ ਜਾਂਚ ਪੜਤਾਲ ਕਰਨ ਦਾ ਕੰਮ ਜੋ ਹੈ ਇਹ ਕੰਟਰੋਲਰ ਐਂਡ ਆਡੀਟਰ ਜਨਰਲ ਦੁਆਰਾ ਕੀਤਾ ਜਾਂਦਾ ਹੈ। ਇਸ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਥੈਂਕ ਯੂ।